ਸੋ ਦ ਨੈਕਸਟ ਕੁਐਸਚਨ ਜਿਹੜਾ ਆਪਣੇ ਕੋਲ ਹੈ ਦੈਟ ਇਜ਼ ਦੀ ਟ੍ਰੀਟੀ ਆਫ ਸਰਿੰਗਾਪਟਨਮ ਦੇ ਬਾਰੇ ਹੈ। ਤੇ ਜਿਹੜੀ ਟ੍ਰੀਟੀ ਸੀਗੀ ਆਪਣੀ ਸਰਿੰਗਾਪਟਨਮ ਦੀ, ਉਹ ਇਹਨਾਂ ਦੇ ਵਿੱਚੋਂ ਜੋ ਹੈ ਕਿਸ ਯੁੱਧ ਦੇ ਨਾਲ ਜੁੜੀ ਹੋਈ ਆ, ਮਤਲਬ ਕਿਹੜਾ ਯੁੱਧ ਹੋਇਆ ਸੀਗਾ ਜਿਸ ਤੋਂ ਬਾਅਦ ਸਰਿੰਗਾਪਟਨਮ ਦੀ ਜਿਹੜੀ ਸੰਧੀ ਹੈ ਉਸ ਨੂੰ ਸਾਈਨ ਕੀਤਾ ਗਿਆ ਸੀ। ਸੈਕਿੰਡ ਐਂਗਲੋ ਮਰਾਠਾ ਵੋਰ, ਥਰਡ ਐਂਗਲੋ ਮਾਈਸੂਰ ਵੋਰ, ਥਰਡ ਐਂਗਲੋ ਮਰਾਠਾ ਵੋਰ ਜਾਂ ਫਿਰ ਫੋਰਥ ਐਂਗਲੋ ਮਾਈਸੂਰ ਵੋਰ। what will be the right answer? Please answer करो within the 10 seconds. ਸੋ ਦੀ ਰਾਈਟ ਆਨਸਰ ਇਸ ਦਾ ਕੀ ਰਹੇਗਾ? ਟ੍ਰੀਟੀ ਆਫ ਸਰਿੰਗਾਪਟਨਮ ਜਿਹੜੀ ਸੀਗੀ ਇਟ ਵਾਸ ਸਾਈਨਡ ਆਫਟਰ ਦੀ ਥਰਡ ਐਂਗਲੋ ਮਾਈਸੂਰ ਵੋਰ। ਠੀਕ ਹੈ, ਜਿਹੜੀ ਤੀਸਰੀ ਐਂਗਲੋ ਮਾਈਸੂਰ ਵੋਰ ਹੋਈ ਸੀਗੀ, ਠੀਕ ਹੈ, ਉਸ ਤੋਂ ਬਾਅਦ ਟ੍ਰੀਟੀ ਆਫ ਸਰਿੰਗਾਪਟਨਮ ਨੂੰ ਸਾਈਨ ਕੀਤਾ ਗਿਆ ਸੀ। ਕਦੋਂ? 18 ਮਾਰਚ 1792 ਨੂੰ ਜੋ ਹੈ ਸਾਈਨ ਕੀਤਾ ਗਿਆ ਸੀਗਾ। ਐਂਡ ਇਹਦੇ ਵਿੱਚ ਜੋ ਹੈ ਲਾਰਡ ਕੌਰਨਵਾਲਿਸ ਜਿਹੜੇ ਸੀਗੇ ਬ੍ਰਿਟਿਸ਼ਰਸ ਦੀ ਸਾਈਡ ਤੋਂ ਸੀਗੇ, ਰਾਈਟ। ਐਂਡ ਦੂਸਰੀ ਸਾਈਡ ਤੇ ਜੋ ਹੈ ਨਿਜ਼ਾਮ ਆਫ ਹੈਦਰਾਬਾਦ, ਮਰਾਠਾ ਇੰਪਾਇਰ ਐਂਡ ਟੀਪੂ ਸੁਲਤਾਨ ਜੋ ਕਿ ਮਾਈਸੂਰ ਦੇ ਰੂਲਰ ਸੀਗੇ, ਰਾਈਟ। ਇਹ ਜੋ ਹੈ ਦੂਸਰੀ ਸਾਈਡ ਤੇ ਸੀ, ਕਿਉਂਕਿ ਇਹਨਾਂ ਤਿੰਨਾਂ ਨੇ ਕੀ ਕੀਤਾ ਸੀਗਾ? ਅਲਾਈਅੰਸ ਕੀਤਾ ਸੀ ਕਿਹਨਾਂ ਦੇ ਖਿਲਾਫ? ਬ੍ਰਿਟਿਸ਼ਰਸ ਦੇ ਖਿਲਾਫ ਜੋ ਹੈ ਇਹਨਾਂ ਨੇ ਅਲਾਈਅੰਸ ਕੀਤਾ ਸੀਗਾ ਤੀਸਰੀ ਐਂਗਲੋ ਮਾਈਸੂਰ ਵੋਰ ਦੇ ਵਿੱਚ, ਰਾਈਟ। ਸੋ ਬਹੁਤ ਇੰਪੋਰਟੈਂਟ ਕੁਐਸਚਨ ਹੈ ਜੀ ਇਹ ਵਾਲਾ। नेक्स्ट क्वेश्चन है अंडर विच अमंग द फॉलोइंग ट्रीटीज क्लाइव हैड सिक्योर्ड द ग्रांट ऑफ द दीवानी ऑफ बंगाल बिहार एंड उड़ीसा फ्रॉम द मुगल एम्परर शाह आलम। कहते किस संधि तो बाद, ਤੁਸੀਂ ਪੜਿਆ ਹੋਏਗਾ ਸਭ ਨੇ, ਠੀਕ ਹੈ, ਡਿਸਕਸ ਕੀਤਾ ਸੀਗਾ ਅਸੀਂ ਆਲਰੇਡੀ ਕਿ ਜੋ ਹੈ ਕਿਸ ਸੰਧੀ ਤੋਂ ਬਾਅਦ ਜੋ ਹੈ ਲਾਰਡ ਕਲਾਈਵ ਨੂੰ ਦੀਵਾਨੀ ਰਾਈਟਸ ਜਿਹੜੇ ਸੀ ਉਹ ਮਿਲੇ ਸੀਗੇ ਬੰਗਾਲ, ਬਿਹਾਰ ਤੇ ਉੜੀਸਾ ਦੇ ਫਰੋਮ ਦੀ ਮੁਗਲ ਐਮਪਰਰ ਸ਼ਾਹ ਆਲਮ। ਠੀਕ ਹੈ, ਇਹ ਚੀਜ਼ ਆਪਾਂ ਆਲਰੇਡੀ ਦੇਖ ਚੁੱਕੇ ਹਾਂ ਕਿ ਕਿਸ ਨੇ ਦਿੱਤੇ ਸੀਗੇ? ਮੁਗਲ ਐਮਪਰਰ ਸ਼ਾਹ ਆਲਮ ਸੀ ਜਿਸ ਨੇ ਦੀਵਾਨੀ ਰਾਈਟਸ ਜਿਹੜੇ ਸੀਗੇ ਬੰਗਾਲ, ਬਿਹਾਰ ਤੇ ਉੜੀਸਾ ਦੇ ਦਿੱਤੇ ਸੀ। ਐਂਡ ਕਿਸ ਨੇ ਜੋ ਹੈ ਇਸ ਨੂੰ ਲਿਆ ਸੀਗਾ? ਲਾਰਡ ਕਲਾਈਵ ਨੇ। ਬਟ ਜੋ ਹੈ ਕਿਹੜੀ ਸੰਧੀ ਹੋਈ ਸੀਗੀ ਜਿਸ ਤੋਂ ਬਾਅਦ ਜੋ ਹੈ ਇਹ ਰਾਈਟਸ ਜਿਹੜੇ ਸੀ ਉਹ ਦਿੱਤੇ ਗਏ ਸੀ? ट्रीटी ऑफ इलाहाबाद, ट्रीटी ऑफ बक्सर, ट्रीटी ऑफ बसीन या फिर ट्रीटी ऑफ द सगोली। सो हियर द राइट आंसर शुड बी द ट्रीटी ऑफ इलाहाबाद। ठीक है जी। सो ट्रीटी ऑफ इलाहाबाद तो बाद की होया सी लॉर्ड क्लाइव हैड सिक्योर्ड द ग्रांट ऑफ दीवानी ऑफ बंगाल, बिहार एंड उड़ीसा फ्रॉम द मुगल एम्परर शाह आलम अंडर द ट्रीटी ऑफ इलाहाबाद। ते कदों साइन किया गया सी? 1765 ਦੇ ਵਿੱਚ ਜੋ ਹੈ ਇਸ ਨੂੰ ਸਾਈਨ ਕੀਤਾ ਗਿਆ ਸੀ। ਓਕੇ, ਸੋ ਸਵਰਾਜ ਪਾਰਟੀ ਜਿਹੜੀ ਸੀ ਸਾਨੂੰ ਦੇਖਣ ਨੂੰ ਮਿਲੀ ਸੀ, ਕਹਿੰਦੇ ਉਹ ਕਿਸ ਘਟਨਾ ਤੋਂ ਬਾਅਦ ਬਣੀ ਸੀ? ਸਵਰਾਜ ਪਾਰਟੀ ਵਾਸ ਦੀ ਆਊਟਕਮ of which among the following incident? चोरी चोरा, क्विट इंडिया मूवमेंट, अराइवल ऑफ द साइमन कमीशन या फिर बरदोली सत्याग्रह। Swaraj Party was outcome of which among the following incidents? चोरी चोरा, क्विट इंडिया मूवमेंट, अराइवल ऑफ द साइमन कमीशन, बरदोली सत्याग्रह। सो ਓਬਵੀਅਸਲੀ ਤੁਹਾਨੂੰ ਸਭ ਨੂੰ ਪਤਾ ਹੀ ਹੋਏਗਾ ਦੈਟ ਚੋਰੀ ਚੋਰਾ ਘਟਨਾ ਤੋਂ ਬਾਅਦ ਜੋ ਹੈ ਸਵਰਾਜ ਪਾਰਟੀ ਸਾਨੂੰ ਦੇਖਣ ਨੂੰ ਮਿਲੀ ਸੀਗੀ। ਠੀਕ ਹੈ, 9 ਜਨਵਰੀ 1923 ਨੂੰ ਇਸ ਨੂੰ ਬਣਾਇਆ ਗਿਆ ਸੀਗਾ ਆਫਟਰ ਦੀ ਗਿਆ ਐਨੂਅਲ ਕਾਨਫਰੰਸ ਜਿਹੜੀ 1922 ਦੇ ਵਿੱਚ ਹੋਈ ਸੀ। ਕਹਿੰਦੇ ਕਿ ਚਿਤਰੰਜਨ ਦਾਸ ਵਾਸ ਦੀ ਪ੍ਰੈਜ਼ੀਡੈਂਟ ਐਂਡ ਮੋਤੀਲਾਲ ਨਹਿਰੂ ਵਾਸ ਦੀ ਸੈਕਟਰੀ ਆਫ ਦਿਸ ਆਰਗੇਨਾਈਜੇਸ਼ਨ। ਓਕੇ, ਕਹਿੰਦੇ ਜਦੋਂ ਮਹਾਤਮਾ ਗਾਂਧੀ ਨੇ ਸਸਪੈਂਡ ਕੀਤਾ ਸੀ ਨਾ ਨੌਨ ਕੋਆਪਰੇਸ਼ਨ ਮੂਵਮੈਂਟ ਨੂੰ ਚੋਰਾ ਚੋਰੀ ਇਨਸੀਡੈਂਟ ਤੋਂ ਬਾਅਦ, ਰਾਈਟ, ਕਦੋਂ ਸਸਪੈਂਡ ਕੀਤਾ ਸੀਗਾ ਨੌਨ ਕੋਆਪਰੇਸ਼ਨ ਮੂਵਮੈਂਟ ਨੂੰ? 5 ਫਰਵਰੀ 1922 ਨੂੰ ਜੋ ਹੈ ਉਹਨਾਂ ਨੇ ਸਸਪੈਂਡ ਕਰ ਦਿੱਤਾ ਸੀ ਨੌਨ ਕੋਆਪਰੇਸ਼ਨ ਮੂਵਮੈਂਟ ਨੂੰ। ਤੇ ਫਿਰ ਉਸ ਦੇ ਖਿਲਾਫ ਜੋ ਹੈ ਇਹਨਾਂ ਨੇ ਸਵਰਾਜ ਪਾਰਟੀ ਦੀ ਫਾਰਮੇਸ਼ਨ ਕੀਤੀ ਸੀ। ਕਦੋਂ? 9 ਜਨਵਰੀ 1923 ਨੂੰ ਜੋ ਹੈ ਇਹਨਾਂ ਨੇ ਸਵਰਾਜ ਪਾਰਟੀ ਦੀ ਫਾਰਮੇਸ਼ਨ ਜਿਹੜੀ ਸੀ ਉਹ ਕਰ ਲਈ ਸੀ। ਨੈਕਸਟ ਕੁਐਸਚਨ ਹੈ, ਕਹਿੰਦੇ ਨੀਚੇ ਜੋ ਹੈ ਕੁਝ ਬੁੱਕਸ ਹੈਗੀਆਂ ਆ, ਇਹਨਾਂ ਵਿੱਚੋਂ ਕਿਹੜੀ ਬੁੱਕ ਜਿਹੜੀ ਹੈ ਉਹ ਜਵਾਹਰ ਲਾਲ ਨਹਿਰੂ ਦੇ ਦੁਆਰਾ ਨਹੀਂ ਲਿਖੀ ਗਈ? Which among the following is not a book by the Jawaharlal Nehru? The question of language, where are we, the unity of India या फिर freedom in exile? Which among the following is not a book by the Jawaharlal Nehru? The question of a language, where are we, the unity of India या फिर the freedom in exile? सो हेयर द राइट आंसर शुड बी द फ्रीडम इन एग्जाइल। ठीक है जी, ये जो है किस दी है? दलाई लामा जो है इस दे ऑथर है।
ਇਸ ਪਾਰਟਿਕੂਲਰ ਬੁੱਕ ਦੇ ਫਰੀडम इन एग्जाइल ਦੇ, ਠੀਕ ਹੈ। ਆਟੋਬਾਇਓਗ੍ਰਾਫੀ ਹੈਗੀ ਕਿਸ ਦੀ, ਦਲਾਈ ਲਾਮਾ ਦੀ। ਸੋ ਅਗਰ ਅਸੀਂ ਗੱਲ ਕਰੀਏ ਤੇ ਇਸ ਤੋਂ ਬਾਅਦ ਕੁਐਸਚਨ ਆਫ ਅ ਲੈਂਗੁਏਜ, ਵੇਅਰ ਆਰ ਵੀ ਐਂਡ ਦੀ ਯੂਨਿਟ ਆਫ ਇੰਡੀਆ, ਇਹ ਤਿੰਨੋਂ ਹੀ ਬੁੱਕਸ ਜਿਹੜੀਆਂ ਹੈ these all are by the जवाहरलाल नेहरू, ठीक है जी। सो जी नेक्स्ट क्वेश्चन है, क्वेश्चन हैगा जी स्टेटमेंट बेस्ड। कहते विद रेफरेंस टू द अर्ली हिस्ट्री ऑफ डिमांड फॉर लिंग्विस्टिक प्रोविंसेस इन इंडिया, ठीक है, कंसिडर द फॉलोइंग स्टेटमेंट। पहली स्टेटमेंट कहते कि मॉन्टेग चैम्सफोर्ड रिफॉर्म जिहड़ा है जी उसने लैंग्वेज बेस्ड प्रोविंसेस दे फॉर्मेशन नू ओपोज कीता सी। दूसरा है कहते कि जिहड़े इंडियन नैशनल कांग्रेस का जिहड़ा कैलकाटा दे विच सैशन होया सीगा उसदे चेयरपर्सन एनी बेसेंट जिहड़े सी उसने लिंग्विस्टिक स्टेट दी फॉर्मेशन दे आइडिया नू सपोर्ट कीता सी। किहड़ी स्टेटमेंट करैक्ट है जी, ध्यान नाल देखो ते आंसर करो। With reference to the early history of demand for the linguistic provinces in India, consider the following statement. The Montague-Chelmsford reform had opposed the formation of the linguistic-based provinces. Next is the chairperson of the Indian National Congress of the Calcutta session जो सीगे एनी बेसेंट, उन्होंने लैंग्वेज बेस्ड फॉर्मेशन ऑफ द स्टेट जो है उसनू फेवर कीता सी। सो इसका जो राइट आंसर रहेगा नाइदर 1 नोर 2। ओके, कहते जो मॉन्टेग चैम्सफोर्ड रिफॉर्म है उसने एक्सेप्ट कर लिया सीगा डैट की लैंग्वेज के बेसिस से जो है आप इतने स्टेट्स जिहड़ियां है बना सकते हैं। एंड सैकेंड स्टेटमेंट जो है इट इज़ ऑल्सो इनकरैक्ट क्योंकि एनी बेसेंट ने इस आइडिया नू की कीता सी, ओपोज कीता सीगा, ठीक है, वो जो है इस दे खिलाफ सीगे। नेक्स्ट क्वेश्चन है जी रिगार्डिंग द कैबिनेट मिशन प्लान ਦੇ ਕਿਹੜੇ ਜੋ ਹੈ ਫੀਚਰ ਸੀਗੇ, ਠੀਕ ਹੈ, ਇਹਨਾਂ ਦੇ ਵਿੱਚ ਦੇਖਣਾ ਆ which among the following was or were the proposed features of the union of india as per the cabinet mission plan। ਜਿਹੜੀ ਯੂਨੀਅਨ ਹੈ ਆਪਣਾ ਇੰਡੀਆ ਦਾ, ਠੀਕ ਹੈ, ਯੂਨੀਅਨ ਆਫ ਇੰਡੀਆ ਹੈ, ਠੀਕ ਹੈ, ਕਿੱਦਾਂ ਦਾ ਜੋ ਹੈ ਉਹਦੇ ਕੀ ਫੀਚਰ ਰਹਿਣਗੇ ਐਸ ਪਰ ਦੀ ਕੈਬਨਿਟ ਮਿਸ਼ਨ ਪਲਾਨ। ਕਹਿੰਦੇ ਕਿ ਵੀਕ ਸੈਂਟਰ ਹੋਏਗਾ ਤੇ ਉਹਨੂੰ ਜੋ ਹੈ ਪਾਵਰ ਘੱਟ ਦਿੱਤੀਆਂ ਜਾਣਗੀਆਂ, ਰੈਜ਼ੀਡੂਰੀ ਪਾਵਰ ਜਿਹੜੀਆਂ ਹੈ ਸੈਂਟਰ ਦੇ ਕੋਲ ਰਹਿਣਗੀਆਂ, एंड जो है इंडिया का जो है हक हैगा कि कॉमनवैल्थ तो जो है वो बाहर आ सकते हैं। एंड कहते जिन्ने भी मैंबर होंगे इंतरिम कैबिनेट तो सारे ही इंडियंस होंगे। सो किहड़ी जो है स्टेटमेंट रिगार्डिंग दी कैबिनेट मिशन प्लान फॉर दी इंडिया जो है वो सही है। Which among the following were the proposed features of the Union of India as per the cabinet mission? So only 1, 3 and 4, ठीक है, 1, 3 and 4 weak center होएगा with limited powers, ठीक है, इंडिया कॉमनवेल्थ तो बाहर आ सकता है, उनको हक है। एंड ऑल दी मैंबर ਜਿਹੜੇ ਹੋਣਗੇ ਇੰਤਰਿਮ ਕੈਬਨਿਟ ਦੇ ਸਾਰੇ ਇੰਡੀਅਨਸ ਹੋਣਗੇ, ਇਹ ਬਿਲਕੁਲ ਸਹੀ ਹੈ। ਪਰ ਜਿਹੜੀ ਰੈਜ਼ੀਡੂਰੀ ਪਾਵਰਸ ਹੈ ਸੈਂਟਰ ਕੋਲ ਰਹਿਣਗੀਆਂ, ਇਹ ਗਲਤ ਸੀਗਾ, ਠੀਕ ਹੈ। ਸੋ ਇਹ ਚੀਜ਼ ਜਿਹੜੀ ਸੀ ਕੈਬਨਿਟ ਮਿਸ਼ਨ ਪਲਾਨ ਦੇ ਵਿੱਚ ਨਹੀਂ ਇਨਕਲੂਡ ਕੀਤੀ ਗਈ ਸੀਗੀ। ਕਹਿੰਦੇ ਕਿ ਜਿਹੜੀ ਯੂਨੀਅਨ ਗਵਰਨਮੈਂਟ ਹੈ, ਸੈਂਟਰਲ ਗਵਰਨਮੈਂਟ ਜਿਹੜੀ ਹੈ ਜਾਂ ਫਿਰ ਜਿਹੜਾ ਉਹਦਾ ਲੈਜਿਸਲੇਚਰ ਹੈ ਉਹਦੇ ਕੋਲ ਲਿਮਿਟਡ ਪਾਵਰਸ ਰੱਖੀਆਂ ਗਈਆਂ ਸੀਗੀਆਂ, ਜਿੱਦਾਂ ਫਾਈਨਾਂਸ ਦੇ ਬਾਰੇ, ਫੋਰਨ ਅਫੇਅਰਸ ਤੇ ਕਮਿਊਨੀਕੇਸ਼ਨ ਜੋ ਹੈ ਉਹਨਾਂ ਦੇ ਕੋਲ ਨਹੀਂ ਸੀ। ਓਕੇ, ਉਸ ਤੋਂ ਬਾਅਦ ਜੋ ਹੈ ਨੈਕਸਟ ਕੁਐਸਚਨ ਹੈ ਜੀ ਆਪਣੇ ਕੋਲ, ਕਹਿੰਦੇ ਐਸ ਪਰ ਵਾਰਨ हेस्टिंग्स रिफॉर्म विच अमंग द फॉलोइंग कोर्ट वाज सेट अप एज अपील कोर्ट इन दी क्रिमिनल केसेस। ਕਹਿੰਦੇ ਵਾਰਨ हेस्टिंग्स ਦੇ ਰਿਫਾਰਮਸ ਦੇ ਹਿਸਾਬ ਦੇ ਨਾਲ ਕਿਹੜਾ ਕੋਰਟ ਜਿਹੜਾ ਹੈ ਉਸਨੂੰ ਸੈਟਅਪ ਕੀਤਾ ਗਿਆ ਸੀਗਾ, ਠੀਕ ਹੈ, ਐਜ਼ ਅ ਅਪੀਲ ਕੋਰਟ ਕ੍ਰਿਮੀਨਲ ਕੇਸਿਸ ਦੇ ਵਿੱਚ। ਸਰਕਟ ਕੋਰਟ, ਪ੍ਰੋਵਿੰਸ਼ੀਅਲ ਕੋਰਟ, ਸਦਰ ਦੀਵਾਨੀ ਅਦਾਲਤ, ਸਦਰ ਨਿਜ਼ਾਮਤ ਅਦਾਲਤ। ਕਿਹੜਾ ਕੋਰਟ ਜਿਹੜਾ ਸੀ ਬਣਾਇਆ ਗਿਆ ਸੀਗਾ ਅਗਰ ਜੋ ਹੈ ਕ੍ਰਿਮੀਨਲ ਕੇਸਿਸ ਦੇ ਲਈ ਜੋ ਹੈ ਜਾਣਾ ਹੈ ਤੇ ਕ੍ਰਿਮੀਨਲ ਕੇਸਿਸ ਦੇ ਲਈ ਅਪੀਲ ਕੋਰਟ ਬਣਾਇਆ ਗਿਆ ਸੀਗਾ ਬਾਈ ਦੀ ਵਾਰਨ हेस्टिंग्स। ਕਿਹੜਾ ਕੋਰਟ ਸੀਗਾ, ਕੀ ਨਾਮ ਸੀਗਾ ਉਸਦਾ? सो हेयर द राइट आंसर रहेगा जी सदर निजामत अदालत, ठीक है। कहते जो ओल्ड सिस्टम सीगा जस्टिस का बहुत ही सिंपल सीगा कि पहला की हुंदा सी कि ਜਿਹੜੇ ਜ਼ਮੀਨਦਾਰ ਹੁੰਦੇ ਸੀ ਨਾ ਉਹ ਸਾਰੇ ਹੀ ਛੋਟੇ ਮੋਟੇ ਕੇਸਿਸ ਨੂੰ ਡਿਸਾਈਡ ਕਰ ਲੈਂਦੇ ਸੀਗੇ, ਠੀਕ ਹੈ। ਐਂਡ ਓਬਵੀਅਸਲੀ ਫਿਰ ਜੋ ਜ਼ਮੀਨਦਾਰ ਦੇ ਹੱਕ ਉਹਦੇ ਕੋਲ ਹੀ ਸਭ ਕੁਝ ਹੈਗਾ ਆ ਤੇ ਕੀ ਸੀਗਾ ਇਹਦੇ ਵਿੱਚ ਜੋ ਹੈ ਥੋੜਾ ਬਹੁਤ ਘਪਲਾ ਵੀ ਚੱਲਦਾ ਸੀਗਾ। ਜਿਹੜੇ ਰਿਚ ਸੀਗੇ ਉਹ ਕੀ ਕਰਦੇ ਸੀ, ਗਰੀਬਾਂ ਨੂੰ ਦਬਾ ਦਿੰਦੇ ਸੀਗੇ। ਤੇ ਜਿਹੜਾ हेस्टिंग ਸੀਗਾ ਉਹ ਖੁਦ ਵੀ ਜੋ ਹੈ ਇਸ ਤਰ੍ਹਾਂ ਦੀ ਜੁਡੀਸ਼ੀਅਲ ਸਿਸਟਮ ਦੇ ਖਿਲਾਫ ਸੀਗਾ। ਤਾਂ ਫਿਰ ਉਸਨੇ ਕੀ ਕੀਤਾ, 2 ਕੋਰਟ ਬਣਾਏ ਇਨ ਈਚ ਡਿਸਟ੍ਰਿਕਟ। ਹਰ ਇੱਕ ਡਿਸਟ੍ਰਿਕਟ ਦੇ ਵਿੱਚ ਕਹਿੰਦੇ ਕਿ 2 ਕੋਰਟ ਹੋਣਗੇ। ਇੱਕ ਹੋਏਗਾ ਜੀ ਦੀਵਾਨੀ ਅਦਾਲਤ ਜਿਹੜਾ ਕਿ ਸਿਵਲ ਕੇਸਿਸ ਨੂੰ ਡਿਸਾਈਡ ਕਰੇਗਾ।
दूसरा होएगा जी फौजदारी अदालत ਜਿਹੜਾ ਕਿ ਕ੍ਰਿਮੀਨਲ ਕੇਸਿਸ ਨੂੰ ਜੋ ਹੈ ਮਤਲਬ ਦੇਖੇਗਾ ਡਿਸਾਈਡ ਕਰੇਗਾ ਠੀਕ ਹੈ। ਹੁਣ ਜਿਹੜਾ ਦੀਵਾਨੀ ਅਦਾਲਤ ਹੋਏਗਾ ਉਹਦੇ ਵਿੱਚ ਜਿਹੜਾ ਕਲੈਕਟਰ ਹੈ ਉਹ ਪ੍ਰੀਜ਼ਾਈਡ ਕਰੇਗਾ ਠੀਕ ਹੈ। ਐਂਡ ਜਿਹੜਾ ਫੌਜਦਾਰੀ ਅਦਾਲਤ ਹੈ ਇਸ ਨੂੰ ਕਾਜ਼ੀ ਜਾਂ ਫਿਰ ਜਿਹੜਾ ਮੁਫਤੀ ਹੋਏਗਾ ਡਿਸਟ੍ਰਿਕਟ ਦਾ ਤੇ ਉਹਦੇ ਨਾਲ ਦੋ ਮੌਲਵੀ ਜਿਹੜੇ ਹੈ ਜੀ ਉਹ ਕੰਮ ਕਰਨਗੇ ਅੰਡਰ ਦੀ ਸੁਪਰਵਿਜ਼ਨ ਆਫ ਦੀ ਕਲੈਕਟਰ ਠੀਕ ਹੈ। ਤੇ ਇਹਨਾਂ ਤੋਂ ਇਲਾਵਾ ਦੀਵਾਨੀ ਤੇ ਫੌਜਦਾਰੀ ਤੋਂ ਇਲਾਵਾ ਜੋ ਹੈ ਇੱਥੇ ਦੋ ਹੋਰ ਸੁਪੀਰੀਅਰ ਕੋਰਟਸ ਬਣਾਏ ਗਏ ਸੀਗੇ। ਇੱਕ ਕਲਕੱਤਾ ਦੇ ਵਿੱਚ ਜਿਸ ਨੂੰ ਸਦਰ ਦੀਵਾਨੀ ਅਦਾਲਤ ਬੋਲਿਆ ਜਾਂਦਾ ਸੀਗਾ ਐਜ਼ ਦੀ ਕੋਰਟ ਆਫ ਅਪੀਲ ਇਨ ਸਿਵਲ ਕੇਸਿਸ ਐਂਡ ਸਦਰ ਨਿਜ਼ਾਮਤ ਅਦਾਲਤ ਟੂ ਹੀਅਰ ਦੀ ਕ੍ਰਿਮੀਨਲ ਕੇਸਿਸ ਠੀਕ ਹੈ। ਸੋ ਇਹ ਬਹੁਤ ਇੰਪॉर्टेंट ਹੈ, ਸਭ ਨੇ ਜੋ ਹੈ ਅੱਛੇ ਤਰੀਕੇ ਨਾਲ ਇਸ ਨੂੰ ਯਾਦ ਰੱਖਣਾ ਹੈ। ਸੋ ਕੰਸੀਡਰ ਦੀ ਫੋਲੋਇੰਗ ਨਿਊਜ਼ਪੇਪਰਸ ਜਰਨਲਸ ਐਂਡ ਮੈਗਜ਼ੀਨਸ ਨਵਜੀਵਨ ਯੰਗ ਇੰਡੀਆ ਹਰੀਜਨ ਐਂਡ ਇੰਡੀਅਨ ਓਪੀਨੀਅਨ। ਸੋ ਇਹਨਾਂ ਵਿੱਚ ਕਹਿੰਦੇ ਮਹਾਤਮਾ ਗਾਂਧੀ ਕਿਹਨਾਂ ਦੇ ਮਤਲਬ ਕਿਹੜੀ ਨਿਊਜ਼ਪੇਪਰ ਦੇ ਜਰਨਲ ਜਾਂ ਫਿਰ ਮੈਗਜ਼ੀਨ ਦੇ ਐਡੀਟਰ ਰਹੇ ਹੈ। ਨਵਜੀਵਨ ਯੰਗ ਇੰਡੀਆ ਹਰੀਜਨ ਇੰਡੀਅਨ ਓਪੀਨੀਅਨ। Consider the following newspapers, journals, magazines, Navjeevan, Young India, Harijan या फिर Indian Opinion. So Mahatma Gandhi was the editor of for which of the above? So here the right answer option D. ਇਹਨਾਂ ਸਭ ਦੇ ਹੀ ਜੋ ਹੈ editor ਸੀਗੇ all the above given newspapers ਹੋ ਗਏ journals ਹੋ ਗਏ magazines ਹੋ ਗਏ they all were edited by the Mahatma Gandhi ਠੀਕ ਹੈ। ਨਵਜੀਵਨ Young India ਹਰੀਜਨ ਤੇ Indian Opinion। So the next question है regarding the Government of India Act 1919 1919 ਦਾ ਜਿਹੜਾ Government of India Act ਸੀਗਾ ਉਹਦੇ regarding ਕੁਝ statements ਹੈ। ਕਹਿੰਦੇ ਕਿ ਇਹਦੇ ਵਿੱਚ ਡਾਇਆਰਕੀ ਸਿਸਟਮ ਇੰਟਰੋਡਿਊਸ ਕੀਤਾ ਗਿਆ ਸੀਗਾ ਪ੍ਰੋਵਿੰਸਿਸ ਦੇ ਵਿੱਚ ਐਂਡ ਨਾਲ ਜੋ ਹੈ ਬਾਈਕੈਮਰਲ ਜਿਹੜੀ ਹੁੰਦਾ ਸੈਂਟਰਲ ਲੈਵਲ ਦੇ ਵਿੱਚ ਬਾਈਕੈਮਰਲ ਸਿਸਟਮ ਜਿਹੜਾ ਸੀ ਉਸ ਨੂੰ ਇੰਟਰੋਡਿਊਸ ਕੀਤਾ ਸੀ। ਸੋ ਕਿਹੜੀਆਂ ਸਟੇਟਮੈਂਟਸ ਜਿਹੜੀਆਂ ਹੈ ਜੀ ਬਿਲਕੁਲ ਕਰੈਕਟ ਹੈ 1 ਓਨਲੀ 2 ਓਨਲੀ both 1 and 2 neither 1 nor 2। It led to the introduction of the diarchy system at the provincial level. It introduced the bicameral or the two-chamber system at the central level. Which of the above are correct statements? So the right answer both 1 and 2 ठीक है दोनों ही statements बिल्कुल correct है। ਕਹਿੰਦੇ ਕਿ the government of India Act 1919 ਨੇ ਜੋ ਹੈ ਡਾਇਰਕੀ ਸਿਸਟਮ ਜਿਹੜਾ ਸੀ ਉਸ ਨੂੰ ਇੰਟਰੋਡਿਊਸ ਕੀਤਾ ਸੀ at the provincial level and at the center the legislative council had absolutely no control over the governor general or his executive council ਠੀਕ ਹੈ। ਜਿਹੜੇ ਸਬਜੈਕਟ ਸੀਗੇ ਉਹਨਾਂ ਨੂੰ ਦੋ ਹਿੱਸਿਆਂ ਵਿੱਚ ਡਿਵਾਈਡ ਕੀਤਾ ਸੀਗਾ ਇੱਕ ਸੀ ਰਿਜ਼ਰਵ ਸਬਜੈਕਟ ਦੂਸਰਾ ਸੀਗਾ ਟ੍ਰਾਂਸਫਰ ਸਬਜੈਕਟ ਠੀਕ ਹੈ। ਹੁਣ ਜਿਹੜਾ ਰਿਜ਼ਰਵ ਸਬਜੈਕਟ ਸੀਗੇ ਉਹਦੇ ਵਿੱਚ ਲੈਂਡ ਰੈਵਨਿਊ ਫਾਈਨਾਂਸ ਲਾਅ ਐਂਡ ਆਰਡਰ ਇਰੀਗੇਸ਼ਨ ਹੋ ਗਿਆ ਰਾਈਟ। ਤੇ ਜਿਹੜੇ ਰਿਜ਼ਰਵ ਸਬਜੈਕਟ ਸੀਗੇ ਉਸ ਨੂੰ ਕੌਣ ਦੇਖਦਾ ਹੁੰਦਾ ਸੀ ਗਵਰਨਰ ਤੇ ਨਾਲ ਉਹਦੀ ਐਗਜ਼ੀਕਿਊਟਿਵ ਕਾਉਂਸਲ ਠੀਕ ਹੈ। ਕੁਝ ਮਤਲਬ ਇਹ ਸਬਜੈਕਟ ਸੀਗੇ ਇਦਾਂ ਦੇ ਜਿਹੜੇ ਕਿ ਸਿਰਫ ਗਵਰਨਰ ਦੇ ਕੋਲ ਰਹਿਣਗੇ ਉਹ ਦੇਖੇਗਾ। ਤੇ ਜਿਹੜੇ ਟ੍ਰਾਂਸਫਰ ਸਬਜੈਕਟ ਹੁੰਦੇ ਸੀਗੇ ਤੇ ਉਸ ਨੂੰ ਕੌਣ ਦੇਖਦਾ ਹੁੰਦਾ ਸੀਗਾ ਜਿਹੜੀ ਲੈਜਿਸਲੇਟਿਵ ਕਾਉਂਸਲ ਹੁੰਦੀ ਸੀਗੇ ਉਸਦੇ ਇਲੈਕਟਿਡ ਮੈਂਬਰ ਜੋ ਹੈ ਦੇਖਦੇ ਹੁੰਦੇ ਸੀਗੇ। ਹੁਣ ਟ੍ਰਾਂਸਫਰ ਸਬਜੈਕਟ ਕਿਹੜੇ ਕਿਹੜੇ ਹੁੰਦੇ ਸੀਗੇ ਪਬਲਿਕ ਹੈਲਥ ਐਜੂਕੇਸ਼ਨ ਇੰਡਸਟਰੀ ਐਗਰੀਕਲਚਰ ਲੋਕਲ ਗਵਰਨਮੈਂਟ ਹੋ ਗਿਆ ਠੀਕ ਹੈ। ਇਹ ਸਾਰੇ ਹੀ ਜੋ ਹੈ ਜਿਹੜੇ ਇਲੈਕਟਿਡ ਮੈਂਬਰ ਹੁੰਦੇ ਕਾਉਂਸਲ ਦੇ ਉਹ ਦੇਖਦੇ ਹੁੰਦੇ ਸੀ। So by the act of the 1858 India was to be governed by 1858 ਦਾ ਜਿਹੜਾ ਐਕਟ ਸੀਗਾ ਉਹਦੇ ਹਿਸਾਬ ਦੇ ਨਾਲ ਇੰਡੀਆ ਜੋ ਹੈ ਕਿਸ ਦੇ ਦੁਆਰਾ ਗਵਰਨ ਕੀਤਾ ਜਾਏਗਾ by the company in the name of the crown by a board of the directors ਜਾਂ ਫਿਰ in the name of the governor general of India। So here the right answer by the act of the 1858 ਇੰਡੀਆ ਨੂੰ ਜੋ ਹੈ ਕੌਣ ਗਵਰਨ ਕਰੇਗਾ ਜੀ ਇਨ ਦਾ ਨੇਮ ਆਫ ਦੀ ਕਰਾਊਨ। ਪਹਿਲਾਂ ਕੌਣ ਸੀ ਈਸਟ ਇੰਡੀਆ ਕੰਪਨੀ ਦੇ ਕੋਲ ਸਾਰਾ ਪ੍ਰਸ਼ਾਸਨ ਸੀਗਾ ਹੁਣ ਇਸ ਨੂੰ ਚੇਂਜ ਕੀਤਾ ਗਿਆ ਤੇ ਜਿਹੜਾ ਕਰਾਊਨ ਹੈ ਇਨ ਦਾ ਨੇਮ ਆਫ ਦੀ ਕਰਾਊਨ ਮਤਲਬ ਕਿ ਇੰਗਲੈਂਡ ਦੇ ਵਿੱਚ ਮਹਾਰਾਣੀ ਜਿਹੜੀ ਹੈ ਉਹ ਇਸ ਨੂੰ ਜੋ ਹੈ ਦੇਖੇਗੀ ਉਹ ਗਵਰਨ ਕਰੇਗੀ ਠੀਕ ਹੈ। ਕਿਉਂਕਿ ਈਸਟ ਇੰਡੀਆ ਕੰਪਨੀ ਦੇ ਵਿੱਚ ਕਰਪਸ਼ਨ ਬਹੁਤ ਜ਼ਿਆਦਾ ਵੱਧ ਗਿਆ ਸੀਗਾ ਡੈਟ ਇਜ਼ ਵਾਈ ਜੋ ਹੈ ਫਿਰ ਇਹ ਐਕਟ ਉਹਨਾਂ ਨੇ ਲਿਆਂਦਾ ਸੀਗਾ 2 ਅਗਸਤ 1858 ਨੂੰ ਇਸ ਨੂੰ ਜੋ ਹੈ ਯੂਕੇ ਪਾਰਲੀਮੈਂਟ ਦੇ ਵਿੱਚ ਪਾਸ ਕੀਤਾ ਗਿਆ ਸੀਗਾ ਓਕੇ। ਐਂਡ ਇਸ ਦੇ ਵਿੱਚ ਕੀ ਸੀਗਾ ਕਿ ਟ੍ਰਾਂਸਫਰ ਕੀਤੀ ਗਈ ਸੀਗੀ ਕਿ ਜਿਹੜੇ ਫੰਕਸ਼ਨਸ ਹੈਗੇ ਆ ਹੁਣ ਕਿਹਨਾਂ ਦੇ ਕੋਲ ਰਹਿਣਗੇ ਬ੍ਰਿਟਿਸ਼ ਕਰਾਊਨ ਦੇ ਕੋਲ ਰਹਿਣਗੇ।
Next question is regarding the Ghadar Party. The Ghadar Party was founded on November 1913 at San Francisco by ਸੈਨ ਫਰਾਂਸਿਸਕੋ ਦੇ ਵਿੱਚ ਗਦਰ ਪਾਰਟੀ ਨੂੰ ਫਾਊਂਡ ਕੀਤਾ ਗਿਆ ਸੀ ਨਵੰਬਰ 1913 ਦੇ ਵਿੱਚ। ਕਿਸ ਦੇ ਦੁਆਰਾ? ਮੈਡਮ ਭੀਕਾਜੀ ਕਾਮਾ, ਲਾਲਾ ਹਰਦਿਆਲ, ਸ਼ਿਆਮਜੀ ਕ੍ਰਿਸ਼ਨ ਵਰਮਾ ਜਾਂ ਫਿਰ ਬੋਥ ਏ ਐਂਡ ਬੀ ਅਬਵ। ਦੀ ਗਦਰ ਪਾਰਟੀ ਨੂੰ ਕਿਸ ਨੇ ਫਾਊਂਡ ਕੀਤਾ ਸੀ ਸੈਨ ਫਰਾਂਸਿਸਕੋ? ਐਜ਼ ਯੂ ਆਲਰੇਡੀ ਨੋ, ਆਲਰੇਡੀ ਅਸੀਂ ਡਿਸਕਸ ਕਰਕੇ ਹਟੇ ਹਾਂ, ਨਵੰਬਰ 1913 ਦੇ ਵਿੱਚ ਇਸ ਦੀ ਫਾਊਂਡੇਸ਼ਨ ਹੋਈ ਸੀ। ਕਿਸ ਨੇ ਕੀਤਾ ਸੀਗਾ ਜੀ? ਆਪਸ਼ਨ ਬੀ ਆਏਗਾ, ਲਾਲਾ ਹਰਦਿਆਲ ਜੋ ਹੈ ਇਹਦੇ ਫਾਊਂਡਰ ਸੀਗੇ। ਨਾਲ ਜੋ ਹੈ ਫਾਊਂਡਰ ਪ੍ਰੈਜ਼ੀਡੈਂਟ ਕੌਣ ਸੀਗਾ ਜੀ? ਸੋਹਣ ਸਿੰਘ ਭਕਨਾ। ਠੀਕ ਹੈ, ਐਂਡ ਇਹਨਾਂ ਨੇ ਜੋ ਹੈ ਇਸ ਨੂੰ ਗਦਰ ਪਾਰਟੀ ਨੂੰ ਫਾਊਂਡ ਕੀਤਾ ਸੀ 1913 ਦੇ ਵਿੱਚ। ਐਂਡ ਇਸ ਦਾ ਜਿਹੜਾ ਇਨੀਸ਼ੀਅਲ ਨੇਮ ਸੀਗਾ, ਇਟ ਵਾਸ ਦੀ ਪੈਸੀਫਿਕ ਕੋਸਟ ਹਿੰਦੁਸਤਾਨ ਐਸੋਸੀਏਸ਼ਨ, ਰਾਈਟ। ਐਂਡ ਐਕਚੁਅਲ ਦੇ ਵਿੱਚ ਜਿੰਨੇ ਵੀ ਮੈਂਬਰ ਸੀਗੇ ਇਸ ਪਰਟੀਕੂਲਰ ਪਾਰਟੀ ਦੇ, ਉਹ ਕੌਣ ਸੀਗੇ? ਯੂਐਸ ਐਂਡ ਕੈਨੇਡਾ ਤੋਂ ਜਿਹੜੇ ਇਮੀਗ੍ਰੈਂਟ ਸਿੱਖ ਸੀਗੇ, ਦੇ ਵਰ ਦੀ ਮੈਂਬਰਸ। ਓਕੇ, ਐਂਡ ਜਿਹੜੀ ਦ ਗਦਰ ਇੱਕ ਇਹਨਾਂ ਦੀ ਨਿਊਜ਼ਪੇਪਰ ਵੀ ਸੀ, ਤੇ ਉਸਦਾ ਜਿਹੜਾ ਫਰਸਟ ਇਸ਼ੂ ਸੀਗਾ ਉਸਨੂੰ ਪਬਲਿਸ਼ ਕੀਤਾ ਗਿਆ ਸੀ, ਉਹ ਵੀ ਸੈਨ ਫਰਾਂਸਿਸਕੋ ਤੋਂ ਹੀ, 1 ਨਵੰਬਰ 1913 ਦੇ ਵਿੱਚ। ਸੋ ਆਪਸ਼ਨ ਬੀ ਇਜ਼ ਦਾ ਰਾਈਟ ਆਂਸਰ। नेक्स्ट क्वेश्चन इज द पूना पैक्ट वाज एन एग्रीमेंट बिटवीन। पूना पैक्ट जो है एक एग्रीमेंट सीगा किना दे विचकार? नेहरू एंड अंबेडकर, गांधी एंड अंबेडकर, मदन मोहन मालवीय एंड दी अंबेडकर, या फिर गांधी एंड नेहरू। बहुत ही ईजी क्वेश्चन है, बहुत सिंपल क्वेश्चन है। द पूना पैक्ट वाज एन एग्रीमेंट बिटवीन द नेहरू एंड अंबेडकर, द गांधी एंड अंबेडकर, मालवीय एंड अंबेडकर, या फिर गांधी एंड नेहरू। So here the right answer, option B. As you already know that Pune Pact was a agreement between the Dr. Baba Sahib Ambedkar and the Mahatma Gandhi, and it was signed on 24th September 1932 ਨੂੰ ਇਸ ਨੂੰ ਸਾਈਨ ਕੀਤਾ ਗਿਆ ਸੀਗਾ। ਓਕੇ, ਐਂਡ ਐਕਚੁਅਲ ਦੇ ਵਿੱਚ ਕੀ ਸੀਗਾ ਇਹਦੇ ਵਿੱਚ? ਮਹਾਤਮਾ ਗਾਂਧੀ ਜਿਹੜਾ ਫਾਸਟ ਅਨਟੂ ਡੈਥ ਰੱਖਿਆ ਸੀ ਉਸ ਨੂੰ ਬ੍ਰੇਕ ਕਰਨ ਦੇ ਲਈ ਪੂਨਾ ਪੈਕਟ ਨੂੰ ਸਾਈਨ ਕੀਤਾ ਗਿਆ ਸੀਗਾ। ਠੀਕ ਹੈ ਜੀ। ਸੋ ਦ ਨੈਕਸਟ ਕੁਐਸਚਨ ਇਜ਼ ਦ ਗਵਰਨਮੈਂਟ ਆਫ ਇੰਡੀਆ ਐਕਟ 1935 ਹੈ। ਠੀਕ ਹੈ, ਕਹਿੰਦੇ ਕਿ ਉਹਦੇ ਵਿੱਚ ਵੀ ਇੱਕ ਪ੍ਰੀਐਮਬਲ ਹੈ। ਸਿਮਿਲਰਲੀ ਸਾਡਾ ਜਿੱਦਾਂ ਕਨਸਟੀਟਿਊਸ਼ਨ ਹੈ ਉਹਦੇ ਵਿੱਚ ਪ੍ਰੀਐਮਬਲ ਹੈ, ਐਂਡ ਇਸੇ ਤਰੀਕੇ ਨਾਲ ਜੋ ਹੈ ਗਵਰਨਮੈਂਟ ਆਫ ਇੰਡੀਆ ਐਕਟ 1935 ਦੇ ਵਿੱਚ ਵੀ ਪ੍ਰੀਐਮਬਲ ਹੈ। ਤੇ ਉਹ ਵਾਲਾ ਪ੍ਰੀਐਮਬਲ ਜਿਹੜਾ ਹੈ ਅਸੀਂ ਕਿੱਥੋਂ ਬੋਰੋ ਕੀਤਾ ਹੈ? ਯੂਐਸਏ ਦੇ ਕਨਸਟੀਟਿਊਸ਼ਨ ਤੋਂ, ਆਸਟ੍ਰੇਲੀਆ ਦੀ ਕਨਸਟੀਟਿਊਸ਼ਨ ਤੋਂ, ਦ ਗਵਰਨਮੈਂਟ ਆਫ ਇੰਡੀਆ ਐਕਟ 1919 ਤੋਂ, ਜਾਂ ਫਿਰ ਫਰੋਮ ਦੀ ਪਿਟਸ ਇੰਡੀਆ ਐਕਟ। The Government of India Act 1935 borrowed its preamble from the Constitution of the USA, the Constitution of Australia, from the Government of India Act 1919, या फिर from the Pitt's India Act. So here the right answer रहेगा जी option C। 1935 ਦੇ ਵਿੱਚ ਜਿਹੜਾ ਪ੍ਰੀਐਮਬਲ ਸੀਗਾ ਉਸ ਨੂੰ ਬੋਰੋ ਕੀਤਾ ਸੀ ਪਿਛਲੇ ਐਕਟ ਤੋਂ, 1919 ਦੇ ਐਕਟ ਤੋਂ ਜੋ ਹੈ ਇਸ ਨੂੰ ਬੋਰੋ ਕੀਤਾ ਗਿਆ ਸੀ। ਬਹੁਤ ਸਿੰਪਲ ਕੁਐਸਚਨ ਹੈ। ਕਹਿੰਦੇ ਕਿ who spoke at the stroke of midnight when the world sleep India awakes to life and freedom। ਕਹਿੰਦੇ ਇਹ ਵਰਡਸ, ਇਹ ਲਾਈਨ ਕਿਸਨੇ ਬੋਲੀਆਂ ਸੀਗੀਆਂ? ਕਹਿੰਦੇ ਕਿ ਅੱਧੀ ਰਾਤ ਨੂੰ ਜਦੋਂ ਪੂਰਾ ਵਰਲਡ ਸੋ ਰਿਹਾ ਹੁੰਦਾ ਹੈ ਤੇ ਇੰਡੀਆ ਜਿਹੜਾ ਉਹ ਜਾਗ ਰਿਹਾ ਸੀਗਾ, ਕਿਸ ਦੇ ਲਈ? ਫਰੀडम ਦੇ ਲਈ। ਨੇਤਾ ਜੀ ਸੁਭਾਸ਼ ਚੰਦਰ ਬੋਸ, ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ, ਜਾਂ ਫਿਰ ਰਾਜਗੋਪਾਲਾਚਾਰੀ। ਸੋ ਹੇਅਰ ਦ ਰਾਈਟ ਆਂਸਰ ਆਪਸ਼ਨ ਸੀ, ਪੰਡਿਤ ਜਵਾਹਰ ਲਾਲ ਨਹਿਰੂ ਨੇ ਜੋ ਹੈ ਬੋਲਿਆ ਸੀ ਇਸ ਨੂੰ। ਕਦੋਂ? ਮਿਡਨਾਈਟ ਆਫ ਦੀ 14th ਐਂਡ 15th ਅਗਸਤ 1947, ਜਿਸ ਟਾਈਮ ਤੇ ਇੰਡੀਆ ਆਜ਼ਾਦ ਹੋ ਗਿਆ ਸੀਗਾ। ਤਾਂ ਉਦੋਂ ਬੋਲਿਆ ਸੀ ਕਿ ਸਾਰਾ ਵਰਲਡ ਸੋ ਰਿਹਾ ਹੈ, ਇੰਡੀਆ ਜੋ ਹੈ ਜਾਗ ਰਿਹਾ ਇਸ ਟਾਈਮ, ਕਿਉਂਕਿ ਉਹਨਾਂ ਨੂੰ ਜੋ ਹੈ ਆਜ਼ਾਦੀ ਮਿਲ ਗਈ ਹੈ। ਠੀਕ ਹੈ, ਸੋ ਆਪਸ਼ਨ ਸੀ ਇਜ਼ ਦਾ ਰਾਈਟ ਆਂਸਰ। ਨੈਕਸਟ ਕੁਐਸਚਨ ਇਜ਼ ਕਹਿੰਦੇ ਇੱਕ ਇਨਕੁਆਇਰੀ ਕਮੇਟੀ ਸੀਗੀ ਔਨ ਦੀ ਜਲਿਆਂਵਾਲਾ ਬਾਗ ਇਨਸੀਡੈਂਟ, ਉਸ ਦੇ ਹੈਡ ਕੌਣ ਸੀ? The inquiry committee on the Jallianwala Bagh incident was headed by General Dyer, Irwin, Hunter, या फिर the Simon।
The inquiry committee on the Jallianwala Bagh incident was headed by the Dyer, Irwin, Hunter या फिर साइमन. So obviously as you already know that कि ऑप्शन सी जो है द राइट आंसर आएगा. इट वाज द हंटर कमीशन. ठीक है, जो कि ਹੈਡ ਸੀਗੇ ਇਸ ਕਮਿਸ਼ਨ ਦੇ, ਤੇ ਉਸ ਦੇ ਨਾਮ ਦੇ ਉੱਪਰ ਹੀ ਜੋ ਹੈ ਇਸ ਦਾ ਨਾਮ ਰੱਖਿਆ ਗਿਆ ਸੀ. 14 ਅਕਤੂਬਰ 1919 ਨੂੰ ਜਦੋਂ ਸੈਕਟਰੀ ਆਫ ਸਟੇਟ ਫॉर ਇੰਡੀਆ ਉਸ ਟਾਈਮ ਤੇ ਕੌਣ ਸੀਗੇ? ਐਡਵਿਨ ਮੌਂਟੇਗ ਸੀਗੇ. ਇਹ ਵੀ ਕੁਐਸਚਨ ਪੁੱਛਿਆ ਜਾ ਸਕਦਾ ਹੈ ਕਿ ਜਦੋਂ ਜਲਿਆਂਵਾਲੇ ਬਾਗ ਦਾ ਸਾਕਾ ਹੋਇਆ ਸੀਗਾ ਤੇ ਉਸ ਟਾਈਮ ਤੇ ਸੈਕਟਰੀ ਆਫ ਸਟੇਟ ਫॉर ਇੰਡੀਆ ਕੌਣ ਸੀਗੇ? ਸੋ ਇਟ ਵਾਸ ਦੀ ਐਡਵਿਨ ਮੌਂਟੇਗ. ਠੀਕ ਹੈ, ਤਾਂ ਉਹਨਾਂ ਨੇ ਫਿਰ ਜਿਹੜੀ ਗਵਰਨਮੈਂਟ ਆਫ ਇੰਡੀਆ ਸੀ ਉਹਨਾਂ ਨੇ ਇੱਕ ਕਮੇਟੀ ਨੂੰ ਬਣਾਉਣ ਦਾ ਅਨਾਉਂਸਮੈਂਟ ਕੀਤਾ ਸੀਗਾ ਕਿ ਜੋ ਵੀ ਇਵੈਂਟਸ ਪੰਜਾਬ ਦੇ ਵਿੱਚ ਹੋਏ ਹੈ, ਠੀਕ ਹੈ, ਤੇ ਕੀ ਨਾਮ ਰੱਖਿਆ ਸੀਗਾ? ਦੀ ਡਿਸਆਰਡਰਸ ਇਨਕੁਆਇਰੀ ਕਮੇਟੀ. ਤੇ ਬਾਅਦ ਵਿੱਚ ਜੋ ਹੈ ਇਹ ਕਿਸ ਨਾਮ ਦੇ ਨਾਲ ਫੇਮਸ ਹੋਈ ਸੀਗੀ? ਹੰਟਰ ਕਮਿਸ਼ਨ ਦੇ ਨਾਲ. ਠੀਕ ਹੈ, ਕਿਉਂਕਿ ਇਸ ਦੇ ਜਿਹੜੇ ਮੇਨ ਹੈਡ ਸੀਗੇ ਇਟ ਵਾਸ ਦੀ ਹੰਟਰ. ਸੋ ਨੈਕਸਟ ਕੁਐਸਚਨ ਇਜ਼ ਦੀ ਸਰਦਾਰ ਵੱਲਭ ਭਾਈ ਪਟੇਲ ਵਾਸ ਇਕੁਏਟਡ ਵਿਦ. ਸਰਦਾਰ ਵੱਲਭ ਭਾਈ ਪਟੇਲ ਨੂੰ ਕਿਸ ਦੇ ਨਾਲ ਮਤਲਬ ਜੋੜਿਆ ਜਾਂਦਾ ਹੈ? ਮਾਜ਼ੀਨੀ, ਕੈਵੋਰ, ਗਰੀਬਾਲਡੀ ਜਾਂ ਫਿਰ ਬਿਸਮਾਰਕ. ਇਹ ਸਾਰੇ ਕੌਣ ਹੈਗੇ ਆ? ਇਹ ਜਿਨ੍ਹਾਂ ਦੇ ਨਾਮ ਦਿੱਤੇ ਹੈ these all are the political thinkers. ਠੀਕ ਹੈ, ਇਹ ਸਾਰੇ ਪੋਲੀਟੀਕਲ ਥਿੰਕਰਸ ਹੈ ਜਿਨ੍ਹਾਂ ਨੇ ਕੁਝ ਆਪਣੀ ਵਿਊਜ਼ ਦਿੱਤੇ ਹੈ ਰਿਗਾਰਡਿੰਗ ਦੀ ਕਿ ਇੱਕ ਕੰਟਰੀ ਕੀ ਹੁੰਦੀ ਹੈ, ਉੱਥੋਂ ਗਵਰਨਮੈਂਟ ਕਿੱਦਾਂ ਦੀ ਹੋਣੀ ਚਾਹੀਦੀ, ਸਟੇਟ ਕੀ ਹੈ, ਮਤਲਬ ਜੋ ਕਿ ਪੋਲਿਟੀ ਦੇ ਬਾਰੇ ਲਿਖਦੇ ਹੈ, ਪੋਲੀਟੀਕਲ ਸਾਇੰਸ ਦੇ ਬਾਰੇ ਲਿਖਦੇ ਹੈ. ਸੋ these all are the political thinkers. So Sardar Vallabhbhai Patel was equated with the Mazzini, Cavour, Garibaldi या फिर Bismarck. So here the right answer option D. ਓਕੇ, ਉਹਨਾਂ ਨੂੰ ਕਿਸ ਦੇ ਨਾਲ ਜੋ ਹੈ ਮੈਚ ਕੀਤਾ ਜਾਂਦਾ ਹੈ? ਬਿਸਮਾਰਕ ਦੇ ਨਾਲ, ਜੋ ਕਿ ਇੱਕ ਜਰਮਨ ਸਟੇਟਸਮੈਨ ਸੀਗੇ ਜਿਨ੍ਹਾਂ ਨੇ 36 ਸਟੇਟਸ ਨੂੰ ਯੂਨੀਫਾਈ ਕੀਤਾ ਸੀਗਾ. ਤੁਹਾਨੂੰ ਸਭ ਨੂੰ ਪਤਾ ਹੈ ਕਿ ਇਹਨਾਂ ਦਾ ਜੋ ਹੈ ਇੱਕ ਬਹੁਤ ਵੱਡਾ ਸਟੈਚੂ ਵੀ ਬਣਾਇਆ ਗਿਆ ਹੈ ਇੰਡੀਆ ਦੇ ਵਿੱਚ. ਕਿਉਂ ਬਣਾਇਆ ਗਿਆ ਹੈ? ਕਿਉਂਕਿ ਇਹਨਾਂ ਨੇ ਇੰਡੀਆ ਨੂੰ ਇੱਕ ਯੂਨੀਅਨ ਆਫ ਸਟੇਟਸ ਬਣਾਉਣ ਦੇ ਵਿੱਚ ਇੱਕ ਇੰਪੋਰਟੈਂਟ ਰੋਲ ਪਲੇ ਕੀਤਾ ਸੀਗਾ. ਠੀਕ ਹੈ, ਸੋ ਇਹਨਾਂ ਨੇ 36, ਜਦੋਂ ਬਿਸਮਾਰਕ ਦੀ ਗੱਲ ਕਰੀਏ ਤਾਂ ਉਹਨਾਂ ਨੇ ਵੀ ਜੋ ਹੈ 36 ਸਟੇਟਸ ਜਿਹੜੀਆਂ ਸੀ ਉਹਨਾਂ ਨੇ ਯੂਨੀਫਾਈ ਕੀਤਾ ਸੀਗਾ ਤੇ ਇੱਕ ਯੂਨੀਫਾਈਡ ਜਰਮਨੀ ਜਿਹੜੀ ਹੈ ਉਸ ਨੂੰ ਇਸਟੈਬਲਿਸ਼ ਕੀਤਾ ਸੀ. ਸੋ ਇਸੇ ਤਰੀਕੇ ਨਾਲ ਜਿਹੜੇ ਸਰਦਾਰ ਵੱਲਭ ਭਾਈ ਪਟੇਲ ਹੈ ਉਹਨਾਂ ਨੇ ਇੰਡੀਆ ਦੀ ਜਿਹੜੀ 565 ਪ੍ਰਿੰਸਲੀ ਸਟੇਟ ਸੀਗੀਆਂ ਉਹਨਾਂ ਸਭ ਨੂੰ ਯੂਨੀਫਾਈ ਕੀਤਾ ਤੇ ਕਿਹਾ ਕਿ ਇੰਡੀਆ ਜਿਹੜਾ ਹੈ ਇਟ ਇਜ਼ ਅ ਫੈਡਰੇਸ਼ਨ. ਠੀਕ ਹੈ, ਮਤਲਬ ਇਹਦੇ ਵਿੱਚ ਪਾਵਰ ਡਿਵਾਈਡ ਹੋਏਗੀ, ਸਾਰੇ ਮਿਲ ਕੇ ਕੰਮ ਕਰਨਗੇ. ਬਾਈ ਹਿਸ ਡਿਪਲੋਮੇਸੀ, ਆਪਣੀ ਡਿਪਲੋਮੈਟਿਕ ਪਾਵਰ ਦੇ ਨਾਲ, ਆਪਣੀ ਥਿੰਕਿੰਗ ਦੇ ਨਾਲ ਐਂਡ ਆਪਣੀ ਪੋਲੀਟੀਕਲ ਇੰਟੈਲੀਜੈਂਸੀ ਦੇ ਨਾਲ ਉਹਨਾਂ ਨੇ ਕੀ ਕੀਤਾ ਸੀ? 565 ਜਿਹੜੇ ਪ੍ਰਿੰਸਲੀ ਸਟੇਟ ਹੈਗੇ ਆ ਆਪਣੇ ਇੰਡੀਆ ਦੇ ਐਟ ਦੀ ਟਾਈਮ ਆਫ ਦੀ ਇੰਡੀਪੈਂਡੈਂਸ ਉਹਨਾਂ ਸਭ ਨੂੰ ਯੂਨੀਫਾਈ ਕੀਤਾ ਸੀਗਾ. ਸੋ ਦੈਟ ਇਜ਼ ਵਾਈ ਦੀ ਸਰਦਾਰ ਵੱਲਭ ਭਾਈ ਪਟੇਲ ਇਜ਼ ਨੋਨ ਐਜ਼ ਅ ਬਿਸਮਾਰਕ ਆਫ ਇੰਡੀਆ. Okay, so option D is the right answer. Now let's move on to the next question. Lord Mountbatten had held detailed discussions on approaching the partition of India with. ਕਹਿੰਦੇ ਲੋਰਡ ਮਾਊਂਟਬੇਟਨ ਕਹਿੰਦੇ ਕਿ ਉਹਨਾਂ ਨੇ ਇੱਕ ਡਿਸਕਸ਼ਨਸ ਜਿਹੜੀਆਂ ਸੀਗੀਆਂ ਉਹ ਰੱਖੀਆਂ ਸੀਗੀਆਂ, ਡਿਟੇਲ ਡਿਸਕਸ਼ਨ. ਠੀਕ ਹੈ, ਐਂਡ ਜਦੋਂ ਪਾਰਟੀਸ਼ਨ ਹੋਣੀ ਸੀ ਇੰਡੀਆ ਦੀ ਤੇ ਕਿਸ ਦੇ ਨਾਲ ਡਿਸਕਸ਼ਨਸ ਕੀਤੀਆਂ ਸੀ? ਮੁਹੰਮਦ ਅਲੀ ਜਿੰਨਾ, ਜਵਾਹਰ ਲਾਲ ਨਹਿਰੂ, ਮਹਾਤਮਾ ਗਾਂਧੀ ਜਾਂ ਫਿਰ ਇਹਨਾਂ ਸਭ ਦੇ ਨਾਲ? Lord Mountbatten had held detailed discussions on approaching the partition of India with. So right answer रहेगा जी option D, all of the above. ठीक है, ਇਹਨਾਂ ਸਭ ਦੇ ਨਾਲ ਜੋ ਹੈ ਉਸਨੇ ਕਾਫੀ free ਤੇ frank discussions ਕੀਤੀਆਂ ਸੀਗੀਆਂ. Even not only with all these three, even with the ਸਰਦਾਰ ਵੱਲਭ ਭਾਈ ਪਟੇਲ ਦੇ ਨਾਲ ਵੀ ਜੋ ਹੈ ਉਹਨਾਂ discussions ਕੀਤੀਆਂ ਸੀ. ਮੌਲਾਨਾ ਆਜ਼ਾਦ ਦੇ ਨਾਲ ਵੀ ਕੀਤੀਆਂ ਸੀ, ਜਵਾਹਰ ਲਾਲ ਨਹਿਰੂ ਦੇ ਨਾਲ ਵੀ, ਮਹਾਤਮਾ ਗਾਂਧੀ ਐਂਡ ਕੁਝ ਹੋਰ ਪ੍ਰੋਮੀਨੈਂਟ ਲੀਡਰ ਸੀਗੇ ਉਹਨਾਂ ਨਾਲ ਜੋ ਹੈ ਉਸਨੇ ਡਿਸਕਸ਼ਨਸ ਕੀਤੀਆਂ ਸੀਗੀਆਂ. ਠੀਕ ਹੈ, ਸੋ ਨੈਕਸਟ ਕੁਐਸਚਨ ਇਜ਼ ਕਹਿੰਦੇ ਇੱਕ ਬਲੈਕ ਹੋਲ ਟ੍ਰੈਜੇਡੀ ਸਾਡੇ ਇਤਿਹਾਸ ਦਾ, ਸਾਡੀ ਹਿਸਟਰੀ ਦਾ ਇੱਕ ਇਨਸੀਡੈਂਟ ਹੈ, ਉਹ ਕਿੱਥੇ ਹੋਇਆ ਸੀ? ਡੈਕਨ ਏਰੀਆ ਦੇ ਵਿੱਚ, ਮੋਂਗਿਆਰ, ਕੈਲਕਟਾ ਜਾਂ ਫਿਰ ਮੁਰਸ਼ਿਦਾਬਾਦ? Where did the so-called black hole tragedy take place?
ਸੋ ਸਭ ਨੂੰ ਪਤਾ ਹੀ ਹੈ ਡੈਟ ਕਿ ਆਪਸ਼ਨ ਸੀ, ਠੀਕ ਹੈ। ਕਿੱਥੇ ਹੋਇਆ ਸੀ? ਫੋਰਟ ਵਿਲੀਅਮ ਦੇ ਵਿੱਚ ਇਨ ਕੈਲਕਟਾ ਇਨ ਦਾ ਈਅਰ 1756। ਐਕਚੁਅਲ ਦੇ ਵਿੱਚ ਨਵਾਬ ਆਫ ਬੰਗਾਲ ਜੋ ਸੀ, ਉਸਨੇ ਜੋ ਹੈ ਈਸਟ ਇੰਡੀਆ ਕੰਪਨੀ ਨੂੰ ਕੁਝ ਸਪੈਸ਼ਲ ਰਾਈਟ ਦਿੱਤੇ ਸੀਗੇ ਕਿ ਉਹ ਇੱਕ ਵਪਾਰੀ ਦੇ ਤੌਰ ਤੇ, ਇੱਕ ਟ੍ਰੇਡਰ ਦੇ ਤੌਰ ਤੇ ਜੋ ਹੈ ਕਲਕੱਤਾ ਦੇ ਵਿੱਚ ਉਹ ਵਪਾਰ ਕਰ ਸਕਦੇ ਆ, ਤੇ ਉਹਨਾਂ ਨੂੰ ਇੱਕ ਛੋਟਾ ਜਿਹਾ ਫੋਰਟ ਬਣਾਉਣ ਦੇ ਲਈ ਵੀ ਅਲਾਉ ਕਰ ਦਿੱਤਾ ਸੀਗਾ। ਤੇ ਈਸਟ ਇੰਡੀਆ ਕੰਪਨੀ ਨੇ ਇਸ ਫੋਰਟ ਦਾ ਨਾਮ ਰੱਖਿਆ ਸੀ ਫੋਰਟ ਵਿਲੀਅਮ, ਠੀਕ ਹੈ। ਐਂਡ ਈਵਨ ਜੋ ਹੈ ਸਮਾਲ ਆਰਮੀ ਵੀ ਜੋ ਹੈ ਮੇਨਟੇਨ ਕਰ ਸਕਦੇ ਆ। ਬਟ ਇਹਨਾਂ ਨੇ ਕੀ ਕੀਤਾ ਸੀਗਾ ਕਿ ਮਤਲਬ ਉਸਦੀ ਕਿਲਾਬੰਦੀ ਕਰਨੀ ਸਟਾਰਟ ਕਰ ਦਿੱਤੀ ਸੀ। ਛੋਟਾ ਜਿਹਾ ਫੋਰਟ ਬਣਾਉਣ ਤੋਂ ਬਾਅਦ ਨਾ ਉਸਨੂੰ ਵੱਡਾ ਕਰਨਾ ਸਟਾਰਟ ਕਰ ਦਿੱਤਾ ਸੀਗਾ। ਤੇ ਇਹ ਚੀਜ਼ ਜਿਹੜੀ ਸੀ ਪਸੰਦ ਨਹੀਂ ਆ ਰਹੀ ਸੀਗੀ ਕਿ ਇਹਨਾਂ ਨੂੰ, ਜਿਹੜਾ ਉੱਥੋਂ ਦਾ ਬੰਗਾਲ ਦਾ ਨਵਾਬ ਸੀਗਾ ਉਸਨੂੰ ਪਸੰਦ ਨਹੀਂ ਆਉਂਦਾ। ਡੈਟ ਇਜ਼ ਵਾਈ ਜੋ ਹੈ ਫਿਰ ਉਸਨੇ ਹਮਲਾ ਕਰ ਦਿੱਤਾ ਸੀਗਾ। ਤੇ ਕਾਫੀ ਸਾਰੇ ਜਿਹੜੇ ਉੱਥੇ ਬ੍ਰਿਟਿਸ਼ਰ ਸੀਗੇ ਉਹਨਾਂ ਨੂੰ ਇੱਕ ਛੋਟੇ ਜਿਹੇ ਕਮਰੇ ਦੇ ਵਿੱਚ ਕਹਿੰਦੇ ਬੰਦ ਕਰ ਦਿੱਤਾ ਸੀ। ਐਂਡ ਉੱਥੇ ਕਾਫੀ ਜ਼ਿਆਦਾ ਉਹਨਾਂ ਦੀ ਡੈਥ ਵੀ ਹੋ ਗਈ ਸੀਗੀ। ਤੇ ਡੈਟ ਇਜ਼ ਵਾਈ ਜੋ ਹੈ ਇਸ ਇਨਸੀਡੈਂਟ ਨੂੰ ਬਲੈਕ ਹੋਲ ਟ੍ਰੈਜੇਡੀ ਜੋ ਹੈ ਬੋਲਿਆ ਜਾਂਦਾ ਹੈ, ਠੀਕ ਹੈ। ਨੈਕਸਟ ਕੁਐਸਚਨ ਇਜ਼, ਕਹਿੰਦੇ ਮਹਾਤਮਾ ਗਾਂਧੀ ਨੇ ਆਪਣੀ ਜਿਹੜੀ ਪੋਲੀਟੀਕਲ ਐਕਟੀਵਿਟੀ ਸੀਗੀਆਂ ਇੰਡੀਆ ਦੇ ਵਿੱਚ ਉਹ ਕਿੱਥੋਂ ਸਟਾਰਟ ਕੀਤੀਆਂ ਸੀ? ਡਾਂਡੀ, ਖੇੜਾ, ਸਾਬਰਮਤੀ ਜਾਂ ਫਿਰ ਚੰਪਾਰਨ? Mahatma Gandhi began his political activities in India from, so here the right answer option D, ਚੰਪਾਰਨ ਤੋਂ ਸਟਾਰਟ ਕੀਤੀਆਂ ਸੀਗੀਆਂ। ਕਹਿੰਦੇ ਕਿ 1917 ਦੇ ਵਿੱਚ ਰਾਜਕੁਮਾਰ ਸ਼ੁਕਲਾ ਨੇ ਇਨਵਾਈਟ ਕੀਤਾ ਸੀ ਮਹਾਤਮਾ ਗਾਂਧੀ ਨੂੰ ਕਿ ਚੰਪਾਰਨ ਪਿੰਡ ਹੈਗਾ ਬਿਹਾਰ ਦੇ ਵਿੱਚ, ਉਸ ਨੂੰ ਵਿਜ਼ਿਟ ਕਰੋ, ਜਿੱਥੇ ਤਿੰਨ-ਖਤੀਆ ਸਿਸਟਮ ਜਿਹੜਾ ਸੀ ਬਹੁਤ ਪ੍ਰੀਵੇਲੈਂਟ ਸੀਗਾ। ਤਿੰਨ-ਖਤੀਆ ਸਿਸਟਮ ਕੀ ਸੀਗਾ ਕਿ ਜਿਹੜੇ ਇਸ ਸਿਸਟਮ ਦੇ ਵਿੱਚ ਜਿਹੜੇ ਫਾਰਮਰਸ ਹੁੰਦੇ ਸੀਗੇ ਉਹਨਾਂ ਨੂੰ ਫੋਰਸ ਕੀਤਾ ਜਾਂਦਾ ਸੀ ਕਿ ਤੁਸੀਂ ਇੰਡੀਗੋ ਦੀ ਕਲਟੀਵੇਸ਼ਨ ਕਰੋ, ਠੀਕ ਹੈ। ਉਸ ਨੂੰ ਜ਼ਬਰਦਸਤੀ ਗਰੋ ਕਰਨ ਲਈ ਕਿਹਾ ਜਾਂਦਾ ਸੀਗਾ, ਉਹ ਵੀ ਉਹਨਾਂ ਦੇ 3/20th ਪਾਰਟ ਆਫ ਦੀ ਲੈਂਡ, ਠੀਕ ਹੈ। ਤੀਸਰਾ ਹਿੱਸਾ ਜਿਹੜਾ ਸੀ ਉਹਨਾਂ ਦੀ ਲੈਂਡ ਦਾ, ਉਹ ਤੇ ਗਰੋ ਕਰਨਾ ਹੀ ਕਰਨਾ ਹੈ। ਤੋ ਇਹ ਸੀਗਾ ਤਿੰਨ-ਖਤੀਆ ਸਿਸਟਮ। ਤੋ ਇਹ ਮਹਾਤਮਾ ਗਾਂਧੀ ਨੇ ਫਿਰ ਕੀ ਕੀਤਾ ਸੀ? ਚੰਪਾਰਨ ਸੱਤਿਆਗ੍ਰਹਿ ਜਿਹੜਾ ਸੀਗਾ ਉਹ ਆਰਗੇਨਾਈਜ਼ ਕੀਤਾ ਸੀਗਾ ਟੂ ਪ੍ਰੋਟੈਸਟ ਅਗੇਂਸਟ ਦਿਸ ਸਿਸਟਮ। ਸੋ ਆਪਸ਼ਨ ਡੀ ਇਜ਼ ਦਾ ਰਾਈਟ ਆਂਸਰ। ਸੋ ਅਕੋਰਡਿੰਗ ਟੂ ਦੀ ਦਾਦਾ ਭਾਈ ਨਹਿਰੂ ਜੀ, ਸਵਰਾਜ ਮੀਨਸ, ਦਾਦਾ ਭਾਈ ਨਹਿਰੂ ਜੀ ਦੇ ਅਕੋਰਡਿੰਗ ਸਵਰਾਜ ਦਾ ਕੀ ਮਤਲਬ ਹੈ? ਕੰਪਲੀਟ ਇੰਡੀਪੈਂਡੈਂਸ, ਸੈਲਫ ਗਵਰਨਮੈਂਟ, ਇਕੋਨੋਮਿਕ ਇੰਡੀਪੈਂਡੈਂਸ ਔਰ ਦੀ ਪੋਲੀਟੀਕਲ ਇੰਡੀਪੈਂਡੈਂਸ? According to Dadabhai Naoroji, Swaraj means, so right answer option B, ठीक है जी। स्वराज का मतलब होता है सेल्फ गवर्नमेंट या फिर सेल्फ रूल। ਦਾਦਾ ਭਾਈ ਨਹਿਰੂ ਜੀ ਗ੍ਰੈਂਡ 올ਡ ਮੈਨ ਆਫ ਇੰਡੀਆ ਦੇ ਨਾਮ ਦੇ ਨਾਲ ਵੀ ਜੋ ਹੈ ਉਹਨਾਂ ਨੂੰ ਜਾਣਿਆ ਜਾਂਦਾ ਹੈ। ਇੰਡੀਅਨ ਨੈਸ਼ਨਲ ਕਾਂਗਰਸ ਦੇ ਪ੍ਰੋਮੀਨੈਂਟ ਲੀਡਰ ਹੈ, ਠੀਕ ਹੈ। ਐਂਡ ਸਵਰਾਜ ਦੀ ਡਿਮਾਂਡ ਜਿਹੜੀ ਸੀ ਫॉर द ਫਰਸਟ ਟਾਈਮ ਜੋ ਹੈ ਦਾਦਾ ਭਾਈ ਨਹਿਰੂ ਜੀ ਦੇ ਦੁਆਰਾ ਰੇਜ਼ ਕੀਤੀ ਗਈ ਸੀ ਕਲਕੱਤਾ ਸੈਸ਼ਨ ਦੇ ਵਿੱਚ, ਜਿਹੜਾ ਇੰਡੀਅਨ ਨੈਸ਼ਨਲ ਕਾਂਗਰਸ ਦਾ ਸੈਸ਼ਨ ਸੀਗਾ 1906 ਦੇ ਵਿੱਚ, ਠੀਕ ਹੈ। ਸੋ ਉਹਨਾਂ ਦੇ ਹਿਸਾਬ ਨਾਲ ਸਵਰਾਜ ਦਾ ਮਤਲਬ ਹੈ ਸੈਲਫ ਗਵਰਨਮੈਂਟ ਜਾਂ ਫਿਰ ਸੈਲਫ ਰੂਲ, ਓਕੇ। ਸੋ ਬ੍ਰਹਮ ਸਮਾਜ ਦਾ ਮੇਨ ਪਰਪਸ ਕੀ ਸੀ? ਕਿਉਂ ਇਸ ਨੂੰ ਸੈਟਅਪ ਕੀਤਾ ਗਿਆ ਸੀ? The main purpose of the Brahma Samaj for which it was set up are to purify the Hinduism, to preach the monotheism, and to criticize the social evils, oppose or idolatry, and emphasize the human dignity, या फिर both A and B, या फिर none of the above? सो हेयर द राइट आंसर रहेगा जी ऑप्शन सी, ठीक है। बोथ ए एंड बी। हिंदुइज्म ਨੂੰ प्यूरीफाई करना, मोनोथिज्म जो है, मोनोथिज्म मतलब कि ਇੱਕ ਮੈਰਿਜ ਕਰਨੀ, ਠੀਕ ਹੈ। ਪੋਲੀਥਿਜ਼ਮ ਨੂੰ ਜੋ ਹੈ ਮਤਲਬ ਇਹ ਉਹਦੇ ਖਿਲਾਫ ਸੀ। ਪੋਲੀਥਿਜ਼ਮ ਹੁੰਦਾ ਹੈ ਕਿ ਮੋਰ ਦੈਨ ਵਨ ਮੈਰਿਜਸ, ਠੀਕ ਹੈ। ਸੋ ਮੋਨੋਥਿਜ਼ਮ ਨੂੰ ਇਹ ਪ੍ਰੀਚ ਕਰਦੇ ਸੀਗੇ। ਸੋਸ਼ਲ ਜਿਹੜੀਆਂ ਈਵਲ ਸੀਗੀਆਂ ਉਸ ਨੂੰ ਕ੍ਰਿਟਿਸਾਈਜ਼ ਕਰਦੇ ਸੀ, ਲਾਈਕ ਸਤੀ ਪ੍ਰਥਾ ਵਗੈਰਾ ਹੋ ਗਿਆ। ਆਈਡੋਲੇਟਰੀ ਮੂਰਤੀ ਪੂਜਾ ਦੇ ਖਿਲਾਫ ਸੀਗੇ ਤੇ ਹਿਊਮਨ ਰਿਸਪੈਕਟ ਦੇ ਉੱਪਰ ਜ਼ਿਆਦਾ ਫੋਕਸ ਕਰਦੇ ਸੀ। ਸੋ ਆਪਸ਼ਨ ਏ ਐਂਡ ਬੀ ਇਜ਼ ਦਾ ਰਾਈਟ ਆਂਸਰ, ਠੀਕ ਹੈ। ਹੋਰ ਕੀ ਸੀਗਾ ਇਹਨਾਂ ਦਾ ਮੇਨ? ਕਹਿੰਦੇ ਕਿ ਇਟ ਫॉरवर्ड ਦੀ ਆਈਡਲ ਵਰਸ਼ਿਪ, ਠੀਕ ਹੈ। ਜਿਹੜੇ ਮੀਨਿੰਗਲੈਸ ਰਿਚੁਅਲਸ ਕੀਤੇ ਜਾਂਦੇ ਹੈ, ਠੀਕ ਹੈ, ਉਹਨਾਂ ਦੇ ਖਿਲਾਫ ਸੀਗੇ।
ਐਂਡ ਕਹਿੰਦੇ ਕਿ ਇਹਨਾਂ ਨੇ ਆਪਣੇ ਜਿਹੜੇ ਮੈਂਬਰ ਸੀਗੇ ਇਸ ਸਮਾਜ ਦੇ, ਉਹਨਾਂ ਨੂੰ ਇਹ ਵੀ ਕਿਹਾ ਸੀ ਕਿ ਤੁਸੀਂ ਕਿਸੇ ਦੂਸਰੇ ਰਿਲੀਜਨ ਦੇ ਉੱਪਰ ਕੁਝ ਗਲਤ ਨਹੀਂ ਬੋਲਣਾ ਹੈ, ਅਟੈਕ ਨਹੀਂ ਕਰਨਾ ਹੈ। ਦੈਨ ਸੀ ਹਿੰਦੂਇਜ਼ਮ ਨੂੰ ਪਿਊਰੀਫਾਈ ਕਰਨਾ ਤੇ ਮੋਨੋਥੀਜ਼ਮ ਨੂੰ ਪ੍ਰੀਚ ਕਰਨਾ। ਬਾਕੀ ਸੋਸ਼ਲ ਈਵਲਸ ਨੂੰ ਕ੍ਰਿਟੀਸਾਈਜ਼ ਕੀਤਾ ਜਾਂਦਾ ਸੀ, ਆਈਡੋਲੇਟਰੀ ਨੂੰ ਅਪੋਜ਼ ਕੀਤਾ ਜਾਂਦਾ ਸੀ, ਐਂਡ ਹਿਊਮਨ ਡਿਗਨਿਟੀ ਦੇ ਉੱਪਰ ਐਮਫੇਸਾਈਜ਼ ਕੀਤਾ ਜਾਂਦਾ ਸੀ। ਸੋ ਮਹਰਸ਼ੀ ਦਇਆਨੰਦ ਸਰਸਵਤੀ ਇੱਕ ਇੰਪੋਰਟੈਂਟ ਹਿੰਦੂ ਰਿਲੀਜੀਅਸ ਸਕੋਲਰ ਸੀਗੇ, ਰਿਫਾਰਮਰ ਸੀਗੇ, ਐਂਡ ਕਿਸ ਸਮਾਜ ਦੇ, ਕਿਸ ਮਿਸ਼ਨ ਦੇ ਫਾਊਂਡਰ ਸੀ? ਆर्य समाज, ब्रह्म समाज, रामकृष्ण मिशन या फिर द थियोसॉफिकल सोसाइटी? Maharishi Dayanand Saraswati was an important Hindu religious scholar, reformer, and the founder of the Arya Samaj, Brahma Samaj, Ramakrishna Mission या फिर the Theosophical Society? So Maharishi Dayanand Saraswati was the founder of the Arya Samaj। ठीक है, ਉਹਨਾਂ ਦੇ ਅਗਰ ਅਸੀਂ ਨੇਮ ਦੀ ਗੱਲ ਕਰੀਏ, ਓਰੀਜਨਲ ਨੇਮ ਸੀਗਾ ਮੂਲਾ ਸ਼ੰਕਰ। 1824 ਦੇ ਵਿੱਚ ਜਨਮ ਹੋਇਆ ਸੀ ਉਹਨਾਂ ਦਾ ਗੁਜਰਾਤ ਦੇ ਵਿੱਚ, ਤੇ 30 ਅਕਤੂਬਰ 1883 ਦੇ ਵਿੱਚ ਅਜਮੇਰ ਦੇ ਵਿੱਚ ਉਹਨਾਂ ਦੀ ਡੈਥ ਹੋਈ ਸੀਗੀ। ਹਿੰਦੂ ਸੰਤ ਸੀਗੇ, ਸੋਸ਼ਲ ਰਿਫਾਰਮਰ ਸੀਗੇ, ਐਂਡ ਆर्य ਸਮਾਜ ਦੇ ਫਾਊਂਡਰ ਵੀ ਸੀਗੇ, ਰਾਈਟ। ਐਂਡ ਇੱਕ ਹਿੰਦੂ ਰਿਫਾਰਮ ਮੂਵਮੈਂਟ ਸੀਗੀ ਜੋ ਕਿ ਟੈਂਪੋਰਲ ਤੇ ਸਪਿਰਿਚੁਅਲ ਅਥਾਰਟੀ ਦੇ ਉੱਪਰ ਜੋ ਹੈ ਫੋਕਸ ਕਰਦੀ ਸੀ। ਠੀਕ ਹੈ, ਸੋ ਆਪਸ਼ਨ ਏ ਇਜ਼ ਦਾ ਰਾਈਟ ਆਂਸਰ। ਸੋ ਨੈਕਸਟ ਕੁਐਸਚਨ, Swami Dayanand had translated the dash into the Hindi। ਸੋ ਸਵਾਮੀ ਦਇਆਨੰਦ ਨੇ ਇਹਨਾਂ ਵਿੱਚੋਂ ਕਿਹੜਾ ਵੇਦ ਹੈ ਜਿਸ ਨੂੰ ਟਰਾਂਸਲੇਟ ਕੀਤਾ ਸੀਗਾ ਹਿੰਦੀ ਦੇ ਵਿੱਚ? ਰਿਗਵੇਦ, ਯਜੁਰਵੇਦ, ਜਾਂ ਫਿਰ ਚਾਰੋਂ ਹੀ ਵੇਦਸ ਨੂੰ, ਸਾਮਵੇਦ, ਅਥਰਵਵੇਦ, ਜਾਂ ਫਿਰ ਸਾਮਵੇਦ ਐਂਡ ਦੀ ਯਜੁਰਵੇਦ? ਸੋ ਇਥੋਂ ਤੁਹਾਨੂੰ ਫਿਰ ਪਤਾ ਲੱਗ ਗਿਆ ਹੋਏਗਾ, ਇੱਕ ਇਹ ਵੀ ਚੀਜ਼ ਸਾਡੀ ਰਿਵਾਈਜ਼ ਹੋ ਗਈ, ਡੈਟ ਵੀ ਹੈਡ ਦੀ 4 ਵੇਦਾਸ। ਠੀਕ ਹੈ, ਸਭ ਤੋਂ ਓਲਡੈਸਟ ਵੇਦ ਕਿਹੜਾ ਹੈ ਜੀ? ਰਿਗਵੇਦ ਹੈ। ਆਫਟਰ ਡੈਟ ਵੀ ਹੈਡ ਦੀ 3 ਵੇਦ, ਕਿਹੜੇ ਕਿਹੜੇ? ਯਜੁਰਵੇਦ, ਸਾਮਵੇਦ ਐਂਡ ਦੀ ਅਥਰਵਵੇਦ। ਠੀਕ ਹੈ, ਸੋ ਸਵਾਮੀ ਦਇਆਨੰਦ ਹੈਡ ਟਰਾਂਸਲੇਟਡ ਦੀ ਵਿਚ ਵੇਦ ਇਨਟੂ ਹਿੰਦੀ ਲੈਂਗੁਏਜ? So the right answer option A, that is Rigved and even the Yajurved. ठीक है, so these both Vedas were translated by the Swami Dayanand into the Hindi language, right? So option A is the right answer.